श्री अकाल जी, मैं हाँ पुनी, तुसीं वेख रहे हो द बैनीपाल शो। एक बारी फिर तो स्वागत करते हैं तहे दिलों ਤੁਹਾਡਾ। ਇੱਕ ਗੱਲ ਦੇਖ ਕੇ, ਸੁਣ ਕੇ, ਸਮਝ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਹੈਗਾ ਤੇ ਉਹ ਦੁੱਖ ਇਸ ਗੱਲ ਦਾ ਹੈ ਕਿ ਟੋਲਰੈਂਸ ਜਿਹੜੀ ਹੈ ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਇਹ ਸਿਰਫ ਪੰਜਾਬ ਦੀ ਗੱਲ ਨਹੀਂ, ਇਹ ਸਿਰਫ ਭਾਰਤ ਦੀ ਗੱਲ ਨਹੀਂ, ਇਹ ਪੂਰੀ ਦੁਨੀਆ ਦੀ ਗੱਲ ਹੈ ਕਿ ਸਾਡੀ ਬਰਦਾਸ਼ਤ ਸ਼ਕਤੀ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਅਸੀਂ ਨਿੱਕੀ ਨਿੱਕੀ ਗੱਲ ਤੇ ਪੰਗੇ 'ਚ ਪੈ ਜਾਂਦੇ ਆ ਜਾਂ ਪਾ ਦਿੰਦੇ ਆ, ਨਿੱਕੀ ਨਿੱਕੀ ਗੱਲ ਤੇ ਗਾਲ ਕੱਢ ਦਿੰਦੇ ਆ, ਨਿੱਕੀ ਨਿੱਕੀ ਗੱਲ ਤੇ ਅਸੀਂ ਹਥਿਆਰ ਕੱਢ ਲੈਂਦੇ ਆ, ਨਿੱਕੀ ਨਿੱਕੀ ਗੱਲ ਤੇ ਅਸੀਂ ਕਤਲ ਵੀ ਕਰ ਦਿੰਦੇ ਆ। ਪਾਰਕਿੰਗ ਦੀ ਲੜਾਈ ਕਦੋਂ ਕਤਲੇਆਮ ਵਿੱਚ ਤਬਦੀਲ ਹੋ ਜਾਂਦੀ ਹੈ ਇਹ ਪਤਾ ਹੀ ਨਹੀਂ ਲੱਗਦਾ। ਕਦੋਂ ਗੱਲਾਂ ਹੁੰਦਿਆਂ ਹੁੰਦਿਆਂ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਜਾਂਦੇ ਨੇ ਇਹ ਪਤਾ ਹੀ ਨਹੀਂ ਲੱਗਦਾ। ਤੁਸੀਂ ਕਹੋਗੇ ਕਿ ਅਕਸਰ ਅਸੀਂ ਥੋੜੀ ਜਿਹੀਆਂ ਗੱਲਾਂ ਵਧੀਆ ਕਰਦੇ ਹੈਗੇ ਆ। ਸ਼ੁਰੂਆਤ ਦੇ ਵਿੱਚ ਅਸੀਂ ਜ਼ਿੰਦਗੀ ਦੀਆਂ ਥੋੜ੍ਹੀਆਂ ਗੱਲਾਂ ਕਰਦੇ ਹਾਂ, ਥੋੜ੍ਹਾ ਫਿਲੋਸਫਿਕਲ ਹੁੰਦੇ ਹਾਂ, ਇੱਕ ਦੂਜੇ ਬਾਰੇ ਹਾਲ ਚਾਲ ਜਾਣ ਲੈਂਦੇ ਹਾਂ। ਥੋੜ੍ਹਾ ਜਿਹਾ ਜਦੋਂ ਜਿਹੜਾ ਜੀ ਆਇਆਂ ਉਹਨੂੰ ਮੋੜ ਹੈਗਾ ਅਸੀਂ ਉਸ ਦੇ ਵਿੱਚ ਆ ਜਾਂਦੇ ਹਾਂ। ਸਵਾਗਤ ਹੈ ਤੁਹਾਡਾ ਹੈ ਤੇ ਤੁਹਾਡੀਆਂ ਫਿਕਰਾਂ ਵੀ ਬਹੁਤ ਜ਼ਿਆਦਾ ਹੈਗੀਆਂ ਨੇ, ਪਰ ਇਹਨਾਂ ਗੱਲਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਤੇ ਜ਼ਿਆਦਾਤਰ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਉਹ ਇਸੇ ਨਾਲ ਤਾਲੁਕ ਰੱਖਦੀਆਂ ਨੇ। ਮੈਂ ਇਹ ਸੋਚ ਰਹੀ ਹੁੰਦੀ ਹਾਂ ਕਿ ਕੋਈ ਹੋਰ ਖਬਰ, ਕੋਈ ਚੰਗੀ ਖਬਰ ਤੁਹਾਡੇ ਤੱਕ ਪਹੁੰਚਾਈ ਜਾਏ। ਹਾਲਾਂਕਿ ਅੱਜ ਮਾਨ ਸਾਹਿਬ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਨੇ, ਬਹੁਤ ਗੱਲਾਂ ਉਹਨਾਂ ਨੇ ਕੀਤੀਆਂ। ਉਹਨਾਂ ਨੇ ਕਿਹਾ ਕਿ ਹੁਣ ਅਧਿਆਪਕਾਂ ਨੂੰ, ਐਮਐਲਏਜ਼ ਨੂੰ ਲੱਭਣ ਦੀ ਲੋੜ ਨਹੀਂ, ਵਿਧਾਇਕਾਂ ਨੂੰ ਲੱਭਣ ਦੀ ਲੋੜ ਨਹੀਂ, ਉਹ ਹੁਣ ਆਪਣੇ ਆਪ ਮਾਸਟਰ ਹੈਗੇ ਨੇ ਤੇ ਉਹ ਭਵਿੱਖ ਨੇ ਤੇ ਉਹਨਾਂ ਨੇ ਅੱਗੇ ਭਵਿੱਖ ਤਿਆਰ ਕਰਨੇ ਨੇ। ਸੋ ਕੁਛ ਕੁ ਚੰਗੀਆਂ ਖਬਰਾਂ ਤੇ ਨੇ, ਪਰ ਮੈਕਸੀਮਮ ਖਬਰਾਂ ਜਿਹੜੀਆਂ ਉਹ ਇੱਦਾਂ ਦੀਆਂ ਨੇ ਜਿਹੜੀਆਂ ਕਿ ਇੱਦਾਂ ਲੱਗੇਗਾ ਕਿ ਕੀ ਹੋ ਜਾਂਦਾ ਇਨਸਾਨ ਨੂੰ, ਉਹ ਕਿਸ ਮੂਮੈਂਟ ਦੇ ਵਿੱਚ ਕੀ ਕਾਰਾ ਕਰ ਬਹਿੰਦਾ ਹੈਗਾ ਤੇ ਉਸ ਤੋਂ ਬਾਅਦ ਕੀ ਉਸ ਨੂੰ ਪਛਤਾਵਾ ਹੁੰਦਾ ਹੋਏਗਾ। ਅਜਿਹੇ ਲੋਕਾਂ ਦੀ ਕੀ ਮਾਨਸਿਕਤਾ ਹੁੰਦੀ ਹੈ ਜਿਹੜੀ ਇੱਕ ਹੀਟ ਆਫ ਦ ਮੂਮੈਂਟ ਦੇ ਵਿੱਚ ਅਜਿਹੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ। ਪਿੱਛੇ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੁੰਦਾ, ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੁੰਦਾ, ਪਰ ਗੁੱਸਾ ਇਸ ਕਦਰ ਹਾਵੀ ਹੋ ਜਾਂਦਾ ਹੈ ਕਿ ਪੂਰੀ ਜ਼ਿੰਦਗੀ ਆਪਣੀ ਤੇ ਟੱਬਰ ਦੀ ਬਰਬਾਦ ਕਰ ਦਿੱਤੀ ਜਾਂਦੀ ਹੈ। ਅਜਿਹੀ ਕੀ ਸਾਈਕੀ ਹੁੰਦੀ ਹੋਣੀ ਹੈ ਤੇ ਇਹ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਆ। ਰੋਡ ਰੇਜ ਦੇ ਮਾਮਲੇ ਵੱਧਦੇ ਜਾ ਰਹੇ ਆ। ਮਰਡਰਸ ਜਿਹੜੇ ਹੁੰਦੇ ਨੇ ਉਹ ਨਿੱਕੀ ਨਿੱਕੀ ਗੱਲ ਤੋਂ, ਬਿਨਾਂ ਕ੍ਰਿਮੀਨਲ ਰਿਕਾਰਡ ਤੋਂ ਇਹ ਮਰਡਰ ਬਣ ਜਾਂਦੇ ਨੇ। ਪਹਿਲਾ ਮਰਡਰ ਕੀਤਾ ਹੁੰਦਾ ਪਰ ਫਿਰ ਉਹੀ ਗੱਲ ਹੈ ਕਿ ਇੱਕ ਖੂਨ ਜਾਂ 100 ਖੂਨ, ਖੂਨ ਤੇ ਖੂਨ ਹੀ ਹੁੰਦਾ। ਹੈਰਾਨ ਹੋ ਜਾਂਦੇ ਆ ਕਈ ਵਾਰੀ ਅਜਿਹੀਆਂ ਫਿਤਰਤਾਂ ਦੇਖ ਕੇ, ਹੈਰਾਨ ਹੋ ਜਾਂਦੇ ਆ ਕਿਉਂਕਿ ਲੋਕ ਉਹ ਵੀ ਨੇ ਜਿਹੜੇ ਕਿ ਬਹੁਤ ਸਾਰੇ ਲੋਕ ਤੁਰਦੇ ਫਿਰਦੇ ਵੀ ਦੇਖਦੇ ਆ ਕਿ ਪੈਰਾਂ ਦੇ ਥੱਲੇ ਕੋਈ ਜੀਵ ਜੰਤੂ ਨਾ ਆ ਜੇ। ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਆ। ਨੇਕ ਦਿਲ ਲੋਕ, ਸੌਫਟ ਹਾਰਟ ਰੱਖਣ ਵਾਲੇ ਲੋਕ ਬਹੁਤ ਸਾਰੇ ਹੁੰਦੇ ਨੇ, ਪਰ ਫਿਰ ਅਜਿਹੀ ਹੀ ਦੁਨੀਆ ਵਿੱਚ ਸਾਡੇ ਆਸ-ਪਾਸ ਹੀ ਅਜਿਹੇ ਲੋਕ ਵੀ ਨੇ ਜਿਹੜੇ ਬਰਦਾਸ਼ਤ ਨਹੀਂ ਕਰਦੇ ਗੱਲ, ਜਿਨ੍ਹਾਂ ਦਾ ਗੁੱਸਾ ਜਿਹੜਾ ਹੈ ਉਹਨਾਂ ਦੇ ਕਾਬੂ ਦੇ ਵਿੱਚ ਨਹੀਂ ਰਹਿੰਦਾ, ਜਿਹੜੇ ਕਈ ਵਾਰੀ ਥੈਰੇਪੀਜ਼ ਵੀ ਲੈਂਦੇ ਨੇ ਪਰ ਉਹਨਾਂ ਤੇ ਕਿਸੇ ਕੰਮ ਨਹੀਂ ਆਉਂਦੀਆਂ ਹੈਗੀਆਂ। ਸਾਡੇ ਬੱਚਿਆਂ ਦੇ ਅੰਦਰ ਸੀ ਕਿ ਸਮਟਾਈਮਸ ਦੇਖਦੇ ਹਾਂ ਕਿ ਅੱਗੋਂ ਜਵਾਬ ਦੇ ਦਿੰਦੇ ਨੇ, ਉਹਨਾਂ ਦੇ ਅੰਦਰ ਇੰਨਾ ਗੁੱਸਾ ਪਨਪਿਆ ਹੁੰਦਾ ਤੇ ਸਾਡੇ ਪੇਰੈਂਟਸ ਨੂੰ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਹ ਬੱਚਾ ਜਿਹੜਾ ਹੈ ਇਹ ਕਿਸ ਤਰ੍ਹਾਂ ਦਾ ਇਸ ਦਾ ਜਿਹੜਾ ਭਵਿੱਖ ਹੈ ਜਾਂ ਅੱਜ ਹੈ ਉਹ ਤਿਆਰ ਹੋ ਰਿਹਾ ਹੈ। ਸੋ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਇਸ ਤੋਂ ਪਹਿਲਾਂ ਬਹੁਤ ਲੇਟ ਹੋ ਜਾਏ। ਸੋ ਪਹਿਲੀ ਖਬਰ ਜਿਹੜੀ ਅੱਜ ਦੀ ਅਸੀਂ ਲੈਣੀ ਹੈਗੀ ਆ ਉਹ ਅਸੀਂ ਲੈਣੀ ਆ ਨਿਹੰਗ ਸਿੰਘਾਂ ਦੀ ਆਪਸ 'ਚ ਬਹੁਤ ਜ਼ਬਰਦਸਤ ਝੜਪ ਹੁੰਦੀ ਆ ਅੰਮ੍ਰਿਤਸਰ ਵਿਖੇ। ਵਿਕੀ ਥਾਮਸ ਜਿਹੜਾ ਕਿ ਸੋਸ਼ਲ ਮੀਡੀਆ ਤੇ ਬਹੁਤ ਫੇਮਸ ਰਹਿੰਦਾ, ਹੁਣੇ ਉਹ ਸਿੰਘ ਸਜਿਆ ਅੰਮ੍ਰਿਤ ਛਕਿਆ ਹੈਗਾ, ਵਿਕੀ ਥਾਮਸ ਸਿੰਘ ਬਣਿਆ ਹੈ ਉਹ, ਤੇ ਉਸਦੇ ਸਾਥੀ ਦਾ ਹੱਥ ਵੱਢ ਦਿੱਤਾ ਜਾਂਦਾ ਹੈ। ਇਹ ਝੜਪ ਐਡੀ ਜ਼ਿਆਦਾ ਵੱਡੀ ਹੋ ਜਾਂਦੀ ਹੈ। ਇਸ ਖਬਰ ਦੇ ਬਾਰੇ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੈਲਫ ਡਿਫੈਂਸ ਦੇ ਗੁਰ ਸਿਖਾਏ ਨੇ। ਦਸਮ ਪਿਤਾ ਨੇ ਸਾਨੂੰ ਮੀਰੀ ਪੀਰੀ ਦੀ ਦਾਤ ਬਖਸ਼ੀ ਹੈ। ਦਸਮ ਪਿਤਾ ਨੇ ਸਾਨੂੰ ਜਿਹੜਾ ਰਾਹ ਦਿਖਾਇਆ, ਉਸ ਰਾਹ ਤੇ ਤੁਰਨਾ ਸੌਖਾ ਨਹੀਂ, ਬਾਣੇ ਤੇ ਬਾਣੀ ਦੇ ਵਿੱਚ ਰਹਿਣਾ ਸੌਖਾ ਨਹੀਂ, ਪਰ ਜੋ ਲੋਕ ਕਰਦੇ ਨੇ ਉਹ ਬੜੀ ਹੀ ਨਿਮਰਤਾ ਨਾਲ ਆਪਣੀ ਡਿਊਟੀ ਜਿਹੜੀ ਹੈ ਉਹ ਨਿਭਾਉਂਦੇ ਨੇ, ਆਪਣਾ ਲਾਈਫ ਸਟਾਈਲ ਜਿਹੜਾ ਇਸ ਤਰ੍ਹਾਂ ਦਾ ਮੇਨਟੇਨ ਕਰਦੇ ਨੇ। ਪਰ ਇਸ ਸਭ ਦੇ ਵਿੱਚ ਝੜਪਾਂ ਹੋਣਾ, ਇਹ ਸਭ ਹੋਣਾ, ਇਹ ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਲਿਹਾਜ਼ ਦੇ ਨਾਲ ਇਸ ਨੂੰ ਸਹੀ ਕਰਾਰ ਨਹੀਂ ਦਿੱਤਾ ਜਾ ਸਕਦਾ ਤੇ ਨਾ ਹੀ ਸਾਡੇ ਗੁਰੂ ਦੀ ਇਹ ਸਿੱਖ ਹੈਗੀ ਆ। ਸੋ ਇਸ ਤੇ ਡਿਸਕਸ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਗੱਲ ਅੱਜ ਗੁੱਸੇ ਦੀ ਕੀਤੀ ਆ ਤੇ ਅੱਜ ਗੁੱਸੇ ਵਾਲੀਆਂ ਬਹੁਤ ਸਾਰੀਆਂ ਖਬਰਾਂ ਅਜਿਹੀਆਂ ਹੋਣਗੀਆਂ ਜਿਹੜੀਆਂ ਕਿ ਹੈਰਾਨ ਪਰੇਸ਼ਾਨ ਕਰ ਜਾਣਗੀਆਂ। ਫਿਰ ਦੂਜੀ ਵਾਰੀ ਹੁਣ ਗੱਲ ਵਿੱਚ ਨੂੰ ਸਿਆਸਤ ਦੀ ਵੀ ਕਰਨੀ ਹੁੰਦੀ ਆ ਜੀ। ਖਬਰਾਂ ਦੇ ਰਹੇ ਆ, ਸਿਆਸਤਾਂ ਪੰਜਾਬ ਦੀਆਂ ਨਹੀਂ ਦੱਸਾਂਗੇ, ਲੀਡਰਾਂ ਬਾਰੇ ਨਹੀਂ ਦੱਸਾਂਗੇ ਤੇ ਗੱਲ ਕਿੱਥੇ ਬਣੇਗੀ। ਦੂਜੀ ਖਬਰ ਜਿਹੜੀ ਹੈ ਉਹ ਹੈ
ਕਾਂਗਰਸ ਨੂੰ ਠੇਕੇ ਤੇ ਦੇਣ ਦੀ। ਰਾਜਾ ਵੜਿੰਗ ਕਹਿੰਦੇ ਕਿ ਕਾਂਗਰਸ ਪਾਰਟੀ ਨੇ ਕਾਂਗਰਸ ਨੂੰ ਠੇਕੇ ਤੇ ਦੇ ਦਿੱਤਾ। ਸਿੱਧੂ ਤੇ ਉਹਨਾਂ ਨੇ ਤੰਜ ਕੱਸੇ ਨੇ, ਤੰਜ ਕੀ ਕੱਸੇ ਨੇ, ਬਹੁਤ ਡਾਇਰੈਕਟ ਹੋ ਕੇ ਸਟੇਟਮੈਂਟਸ ਦਿੱਤੀਆਂ ਨੇ। ਕੀ ਕੁਝ ਸਟੇਟਮੈਂਟਸ ਦਿੱਤੀਆਂ ਨੇ, ਕਿੱਥੋਂ ਭਰਾ ਤੇ ਕਿੱਥੋਂ ਮੁੰਡੇ ਦੀ ਯਾਦ ਆਈ ਸਿੱਧੂ ਦੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਤੁਹਾਡੇ ਸਾਹਮਣੇ ਲੈ ਕੇ ਆਉਂਦੀਆਂ ਜਾਣਗੀਆਂ, ਕਿਉਂਕਿ ਰਾਜਾ ਵੜਿੰਗ ਹੁਣ ਪੱਗ ਬੰਨ ਕੇ ਬੋਲਦੇ ਨੇ ਤੇ ਤੇਵਰ ਜਿਹੜੇ ਉਹ ਤਿੱਖੇ ਨੇ ਤੇ ਕਹਿੰਦੇ ਨੇ ਪਹਿਲਾਂ ਜੋ ਹੁੰਦਾ ਆਇਆ ਉਹ ਮੈਂ ਹੁਣ ਨਹੀਂ ਹੋਣ ਦੇਵਾਂਗਾ। ਇਸ ਪਾਸੇ ਵੀ ਆਉਣਾ ਹੈਗਾ ਕਿਉਂਕਿ ਕਾਂਗਰਸ ਦੇ ਅੰਦਰ ਦਾ ਜਿਹੜਾ ਕਲੇਸ਼ ਹੈ ਜਾਂ ਕਾਂਗਰਸ ਦੀ ਤੋਂ ਬਗਾਵਤ ਕਰ ਚੁੱਕੇ ਲੋਕ ਨੇ, ਇਹ ਇਸ ਵਕਤ ਪੰਜਾਬ ਦੀ ਸਿਆਸਤ ਦੀ ਹਾਈਲਾਈਟ ਜਿਹੜੀ ਹੈ ਉਹੀ ਬਣੀ ਹੋਈ ਹੈਗੀ ਆ, ਕਿਉਂਕਿ ਭਾਰਤ ਜੋੜੋ ਯਾਤਰਾ ਦੀ ਐਂਟਰੀ ਬਹੁਤ ਛੇਤੀ ਹੋਣ ਵਾਲੀ ਹੈ ਪੰਜਾਬ ਦੇ ਵਿੱਚ ਤੇ ਉਸ ਤੋਂ ਪਹਿਲਾਂ ਇਦਾਂ ਦੀਆਂ ਜਦੋਂ ਸਟੇਟਮੈਂਟਸ ਆਉਂਦੀਆਂ ਨੇ ਤੇ ਜ਼ਾਹਰ ਤੌਰ ਤੇ ਉਹਨਾਂ ਦਾ ਹੈਡਲਾਈਨ ਦੇ ਵਿੱਚ ਆਉਣਾ ਲਾਜ਼ਮੀ ਵੀ ਆ। ਫਿਰ ਇੱਕ ਗੱਲ ਹੋਰ, ਇਹ ਖਬਰ ਮੈਂ ਚਾਹੁੰਦੀ ਤਾਂ ਅਖੀਰ ਤੇ ਵੀ ਲੈ ਸਕਦੀ ਸੀਗੀ ਪਰ ਨਹੀਂ, ਮੇਰਾ ਮਨ ਸੀ ਮੈਂ ਖਬਰ ਪਹਿਲਾਂ ਲਵਾਂ। सरदार 12 बजने वाले हैं। हाँ, एक तो सरदार जी ने कहा, सरदार कहा, फिर 12 वजे का जिक्र किया ते पता कित्थे कीता गया, ये चलदी विधान सभा सैशन दे विच कीता गया, किनू कहा गया, क्यों कहा गया, उस तो बाद इस दे रेपरकेशंस की निकले, कॉन्सिक्वेंसिस की निकले। चलदे विधान सभा सैशन दे विच कुछ भी बोल देंदे ने, कुछ भी निंद देंदे ने, कुछ भी कह देंदे आ ते कार्रवाई जिहड़ी है कोई नहीं हुंदी, पर इस ते अपना जो गलत किया सी उस तो बाद इस ते प्रतिक्रियावां आईयां ने ते माफ़ी भी मंगनी पई आ, इस ते जरूर जिक्र करांगे। लुधियाना च जी 4 साल के बच्चे की हत्या कर दी गई है, 4 साल के बच्चे की। प्रोग्राम के शुरू च गुस्से का जिक्र किया सी, तलखी का जिक्र किया सी, नॉन टॉलरेंस का जिक्र किया सी। इस दे विच उही है, उही गल कि 4 साल के बच्चे की इसे करके हत्या की गई है। पूरा मामला असी शो दे विच लवांगे। मृतक देहां आपस च बदल जांदियां ने। हॉस्पिटल की इन्नी ज्यादा लापरवाही हुंदी है कि मृतक देहां आपस च बदल जांदियां ने ते मृतक देहां बदलन दे बाद जो सीन उत्थे क्रिएट हुंदा है ओनू जान के तुसी हैरान हो जाओगे कि किस तरह दे नाल ये पूरा दा पूरा वाकया जिहड़ा है वो घट जांदा है ते किस तरह दे नाल उत्थे माहौल तनाव भरपूर हो जाता है। अगली खबर का जी लवांगे वो आ, तो मैं कल खबर जिक्र किया सीगा कि बंदा जड़ा परमजीत नां दा जगराओं का एक केस सीगा जिस चो पट्ठे बन गया सी ते 2 लोग आउंदे ने ते उसनू गोलियां नाल उड़ा जांदे ने। उसकी जिम्मेवारी हुण एक वड्डे गैंगस्टर ने लै ली है। वो वड्डे गैंगस्टर ने जे पोस्ट ते जाइए, जे पोस्ट सच्ची है तो ये वड्डे गैंगस्टर ने जिम्मेवारी लई है ते धड़ल्ले नाल कह रहा हाँ जी किसी होर ने नहीं, मैं मारिया। सो ये कौन है, की कह रहे हैं, इस दे पोस्ट भी दसांगे कि पोस्ट दे विच की कहा गया। सो अज दियां जड़ियां ये खबरां ने यही खबरां हैगियां, इन्हां ते ही असीं डिस्कस जिहड़ा है वो करना है। सब तो पहली खबर असीं गल करांगे जिहड़ी निहंग ਸਿੰਘਾਂ ਦੇ ਵਿੱਚ आपस ਦੇ ਵਿੱਚ ਝੜਪ ਹੋਈ ਹੈਗੀ ਆ ਤੇ ਉਹ ਝੜਪ ਜਿਹੜੀ ਆ ਉਹ ਇੰਨੀ ਜ਼ਬਰਦਸਤ ਹੋ ਜਾਂਦੀ ਹੈ ਕਿ ਹੱਥ ਤੱਕ ਵੱਢ ਦਿੱਤਾ ਜਾਂਦਾ ਹੈ, हथ तक वढ़ दिता जाता है। तो जो ये हथ वढ़ दिता जाता है तो उस तो बाद हस्पताल लैके आया जाता है, फिर पूरी की पूरी गल दसदा है बंदा जिसका हथ वढ़िया जाता है। हुण वो बंदा सच बोल रहा है, झूठ बोल रहा है, अंडर कंसिडरेशन है, बाद च पता लगेगा जो जांच होएगी। पर गल ये निकल के सामने आती हैगी है कि ये 2 गुट हुंदे ने ते ये जिस बंदे का हथ वढ़िया वो कहता है कि जिहड़ा दूसरा गुट हैगा वो वाला जिहड़ा निहंग सजिया होया वो निहंग दे बाणे दे विच वो चिट्टा भी लाउंदा आ, वो नशा करदा आ, ਉਹ हर तरीके दे लोगों के पैसे ठगदा आ। वो बंदा सही नहीं है। जदों उसनूं ये कहा गया कि तू घट्टो घट जदों, क्योंकि जिस बंदे का हथ कट्टिया उन्हें भी विक्की थॉमस दे नाल ही अमृत छकिया सी ते हजूर साहब तो अमृत छकिया से, वो भी हुणे ही, क्योंकि सुशील उसका नाम आ, वो हुणे ही सिंह सजिया ते वो कहंदा कि जे सिंह तू सज ही गया तो इस तो बाद जिहड़े माड़े वरतारे ने वो तू बंद कर दे, ये माड़े वरतारे नहीं होने चाहिए। तो गल जिहड़ी है वध जांदी आ ते गल जदों वध जांदी आ ते फिर एक वीडियो बड़े धड़ल्ले दे नाल वायरल हुंदी आ ते उस वीडियो दे विच दिखदा है कि किस तरह दे नाल जिहड़ी गुरु ने, गुरु दी लाडली फौज जिसनूं कहा जांदा है, उस बाने दे विच आ के इन्हां लोकां ने की भुचाल लैके आउंदा,
किस तरह दे नाल उत्थे ये लड़े ने, किस तरह दे नाल एक दूसरे नूं इन्हां ने कबूल कहे ने, किस तरह दे नाल इन्हां ने वायलेंस का हिस्सा बने आ। गुरु साहब ने जो सानू सिखाया ये वो सिद्धांत तां है ही नहीं, ये वो सिद्धांत हो ही नहीं सकता। ਜਦੋਂ ਅਸੀਂ ਆਪੇ ਤੋਂ ਬਾਹਰ ਆਉਂਦੇ ਹਾਂ, ਗੁਰੂ ਸਾਹਿਬ ਵੀ ਦੋ ਟੁਕੜੀਆਂ ਬਣਾ ਲੈਂਦੇ ਸਨ ਆਪਣੇ ਸਿੰਘਾਂ ਦੀਆਂ, ਦੋ ਟੁਕੜੀਆਂ ਬਣਾ ਕੇ ਉਹ ਉਹਨਾਂ ਨੂੰ ਆਪਸ ਚ ਲੜਾਉਂਦੇ ਸਨ, ਅਭਿਆਸ ਕਰਾਉਂਦੇ ਸਨ ਤਾਂ ਕਿ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਸਕੇ। ਜਦੋਂ ਉਹ ਜੰਗ ਦੇ ਮੈਦਾਨ 'ਚ ਜਾਣ ਤੇ ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀ ਲੈਅ ਨਾਲ ਤਲਵਾਰ ਚਲਾਉਣੀ ਆ, ਕਿਸ ਤਰ੍ਹਾਂ ਦਾ ਨਾਲ ਜਿਹੜੀ ਸ਼ਸਤਰ ਵਿਦਿਆ ਹੈ ਉਸ ਨੂੰ ਅਡਾਪਟ ਕਰਨਾ ਆ, ਹਰ ਚੀਜ਼ ਉਹਨਾਂ ਨੂੰ ਸਮਝ ਆਵੇ। ਗੁਰੂ ਸਾਹਿਬ ਦਾ ਵਿਜ਼ਨ ਬਹੁਤ ਸਟਰੋਂਗ ਸੀ, ਪਰ ਜੋ ਇੱਥੇ ਹੋ ਰਿਹਾ ਹੈ ਤੇ ਬਾਣੇ ਦੇ ਵਿੱਚ ਹੋ ਰਿਹਾ ਹੈ ਇਹ ਸਹੀ ਗੱਲ ਨਹੀਂ ਹੈ, ਇਹ ਸਹੀ ਗੱਲ ਨਹੀਂ ਹੈ। ਸੋ ਮਾਮਲਾ ਕੀ ਕੁਝ ਰਿਹਾ, ਕਿਹੜਾ ਕਿਹੜਾ ਮਾਮਲਾ ਰਿਹਾ, ਕੀ ਅੰਦਰ ਦੀ ਗੱਲ ਰਹੀ, ਕੌਣ ਗਲਤ ਹੈ ਕੌਣ ਸਹੀ, ਇਹ ਤਾਂ ਆਉਣ ਵਾਲੇ ਵਕਤ ਦੇ ਵਿੱਚ ਸਾਹਮਣੇ ਆ ਹੀ ਜਾਏਗਾ। ਪਰ ਜੋ ਹੋਇਆ ਇਹ ਬਿਲਕੁਲ ਸਹੀ ਨਹੀਂ ਸੀ, ਕਿਸੇ ਵੀ ਲਿਹਾਜ਼ ਨਾਲ ਇਸ ਨੂੰ ਸਹੀ ਕਰਾਰ ਨਹੀਂ ਦਿੱਤਾ ਜਾ ਸਕਦਾ ਹੈਗਾ। ਸੋ ਪੂਰੀ ਖਬਰ ਜਿਹੜੀ ਹੈ ਉਸ ਦਾ ਰੁਖ ਜੇ ਅਸੀਂ ਕਰ ਲਈਏ ਤਾਂ ਫਿਰ ਇਦਾਂ ਲੱਗਦਾ ਹੈਗਾ ਕਿ ਗੁਰੂ ਨਗਰੀ ਦੇ ਵਿੱਚ ਜਦੋਂ ਨਿਹੰਗ ਭਿੜੇ ਨੇ ਤਾਂ ਇਹ ਗੁਰੂ ਨਗਰੀ ਦੀ ਹੀ ਇਹਨਾਂ ਨੇ ਬੇਦਬੀ ਕੀਤੀ ਹੈਗੀ ਆ। ਸੋ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਦੋ ਨਿਹੰਗ ਸਿੰਘਾਂ ਦਾ ਆਪਸ ਵਿੱਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਚੌਕ ਸ੍ਰੀ ਗੁਰੂ ਰਾਮਦਾਸ ਸਰਾ ਵਿਖੇ ਦੋ ਨਿਹੰਗ ਸਿੰਘਾਂ ਦਾ ਆਪਣੀ ਟਕਰਾਅ ਦੌਰਾਨ ਇੱਕ ਨਿਹੰਗ ਸਿੰਘ ਦਾ ਗੁੱਟ ਜਿਹੜਾ ਹੈ ਉਹ ਵੱਢਿਆ ਜਾਂਦਾ ਹੈਗਾ ਤੇ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ ਕੁਝ ਨਿਹੰਗ ਸਿੰਘ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਭਿੜ ਗਏ ਤੇ ਦੇਖਦਿਆਂ ਇਹ ਵਿਵਾਦ ਖੂਨੀ ਰੂਪ ਧਾਰ ਗਿਆ ਤੇ ਇਸ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਦੂਜੇ ਦੇ ਹੱਥ ਤੇ ਵਾਰ ਕੀਤਾ ਗਿਆ। ਸੋ ਵਿਕੀ ਥਾਮਸ ਨੇ ਵੀ ਦੱਸਿਆ ਇਸ ਦੇ ਵਿੱਚ, ਉਸ ਦੀ ਵੀ ਸਟੇਟਮੈਂਟ ਆਈ ਕਿ ਦੁਪਹਿਰ ਨੂੰ ਰਮਨਦੀਪ ਸਿੰਘ ਮੰਗ ਮੱਠ ਨਾਮੀ ਇੱਕ ਨਿਹੰਗ ਨਾਲ ਉਸ ਦੇ ਸਾਥੀ ਸੁਸ਼ੀਲ ਉਰਫ ਮੋਹਕਮ ਸਿੰਘ ਨਿਹੰਗ ਵਿਚਾਲੇ ਕੁਝ ਤਕਰਾਰ ਹੋ ਗਈ ਤੇ ਇਹ ਹੋ ਗਿਆ ਕਿ ਜਿਹੜਾ ਮੰਗ ਮੱਠੂ ਹੈ ਉਸ ਤੇ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਇਹ ਗੈਰ ਕਾਨੂੰਨੀ ਕੰਮ ਕਰਦਾ ਹੈ ਤੇ ਜਦੋਂ ਉਸ ਨੂੰ ਇਸ ਬਾਬਤ ਸਮਝਾਇਆ ਗਿਆ ਤਾਂ ਫਿਰ ਇਹ ਗੱਲ ਜਿਹੜੀ ਹੈ ਉਹ ਵੱਧ ਗਈ। ਹੁਣ ਪੁਲਿਸ ਸੀਸੀਟੀਵੀ ਹੋਰ ਵੀ ਜ਼ਿਆਦਾ ਖੰਗਾਲ ਰਹੀ ਹੈਗੀ ਆ, ਵੈਸੇ ਸੀਸੀਟੀਵੀਜ਼ ਬਹੁਤ ਸਾਰੇ ਸਾਹਮਣੇ ਵੀ ਆਏ ਨੇ, ਕੁਝ ਵੀਡੀਓਜ਼ ਅਸੀਂ ਵੀ ਦੇਖੀਆਂ ਨੇ। ਸੋ ਇਹ ਮਾਮਲਾ ਇਹ ਰਿਹਾ ਤੇ ਇਹ ਮਾਮਲਾ ਵਾਕਈ ਹੀ ਸ਼ਰਮਨਾਕ ਹੈ। रुख करदे जी अगली खबर का सियासत नाल ताल्लुक रखदी है खबर हैगी आ ते ये खबर राजा वड़िंग नाल ताल्लुक रखदी है जिहड़े कि अजकल पग बन के स्टेजां तो बोलदे ने, प्रेस कॉन्फ्रेंसिस करदे ने, लोकां दे विच जांदे ने, भारत जोड़ो यात्रा का जायजा लेंदे ने। राजा वड़िंग जिहड़े आ ਉਹ ਕਹਿ ਰਹੇ ਆ ਕਿ ਬਈ ਕਾਂਗਰਸ ਪਾਰਟੀ ਨੇ ਕਾਂਗਰਸ ਠੇਕੇ ਤੇ ਦੇ ਦਿੱਤੀ ਸੀ ਤੇ ਜ਼ਿਕਰ ਉਹਨਾਂ ਨੇ ਇਸ ਦੇ ਵਿੱਚ ਸਿੱਧੂ ਦਾ ਕੀਤਾ, ਬਲਬੀਰ ਸਿੱਧੂ ਦਾ ਕੀਤਾ, ਸਾਬਕਾ ਮੰਤਰੀ ਦਾ ਜ਼ਿਕਰ ਕੀਤਾ। ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਤਾਂ ਜ਼ਮੀਨ ਠੇਕੇ ਤੇ ਲਈ, ਫਿਰ ਉਸ ਤੋਂ ਬਾਅਦ ਉਸ ਦੀ ਗਿਰਦਾਰੀ ਵੀ ਆਪਣੇ ਨਾਂ ਤੇ, ਫਿਰ ਆਪਣੇ ਭਰਾ ਨੂੰ ਆਪਣੇ ਮੁੰਡੇ ਨੂੰ ਹਰ ਕਿਤੇ ਸਾਰਾ ਸੈਟਅਪ ਜਿਹੜਾ ਹੈ ਪੋਸਟਾਂ ਦੇ ਉੱਤੇ ਉਹ ਕਰਵਾ ਦਿੱਤਾ ਗਿਆ ਤੇ ਜਿਹੜਾ सिर चुके उस ते परचा करा देंदे। सो सीधियां गल्लां राजा वड़िंग ने कीतियां ते ये गल कही उन्होंने कि इस दरम्यान जदों इन्हां तानाशाहां दा राज रहा ते उस वक्त इन्हां ने कुट्टिया भी ते लुट्टिया भी। यही गल कही उन्होंने कि कुट्टिया भी ते लुट्टिया भी ते उन्होंने कहा कि हुण अजिहा मैं नहीं होण दवांगा, किसी भी कीमत ते अजिहा नहीं होएगा। सो जे विच राजा वड़िंग जड़े ने उन्हां दे तेवर करड़े नजर आए। उन्होंने कहा कि जो हुंदा आया कांग्रेस दे विच उस ते बस हुण फुल स्टॉप है, हुण जो होएगा सारा कुछ ਉਹ ਸਾਡੇ ਮੁਤਾਬਕ ਹੋਏਗਾ ਤੇ ਅਸੀਂ ਪਾਰਟੀ ਦੇ ਵਿੱਚ ਅਸੀਂ ਜਿਹੜੀ ਗਿਰਦੌਰੀ ਕਰਾਉਣੀ ਆ ਉਹ ਅਸੀਂ ਕਾਂਗਰਸ ਪਾਰਟੀ ਦੇ ਨਾਂ ਕਰਾਉਣੀ ਆ ਤੇ ਟਿਕਟਾਂ ਜਿਹੜੀਆਂ ਦੇਣੀਆਂ ਨੇ ਉਹ ਨੌਜਵਾਨ ਨਵੇਂ ਬੱਚਿਆਂ ਨੂੰ ਦੇਣੀਆਂ ਨੇ ਜਿਹੜੇ ਕਿ ਪਾਰਟੀ ਲਈ ਵਧੀਆ ਕੰਮ ਕਰਨ। ਸੋ ਅਜਿਹੀਆਂ ਸਟੇਟਮੈਂਟਸ ਰਾਜਾ ਵੜਿੰਗ ਦੀਆਂ ਸਾਹਮਣੇ ਆਈਆਂ। ਰਾਜਾ ਵੜਿੰਗ ਨੇ ਬਲਬੀਰ ਸਿੱਧੂ ਤੇ ਜੰਮ ਕੇ ਵਾਰ ਕੀਤੇ, ਕੈਪਟਨ ਅਮਰਿੰਦਰ ਸਿੰਘ ਤੇ ਉਹ ਅਕਸਰ ਕਰਦੇ ਹੀ ਰਹਿੰਦੇ ਆ। ਸੋ ਅਜਿਹੇ ਵਿੱਚ ਜਦੋਂ ਕਦੀ ਤੁਹਾਨੂੰ ਪਤਾ ਹੀ ਆ कि स्टेज तो कुछ फनी स्टेटमेंट्स भी आ जांदियां राजा वड़िंग दियां, पर इस वक्त ते तेवर जड़े आ वो बेहद तलख हैगे आ।
बेहद तल्ख आ। ते इस इन्हां तेवरां दे विच इदां लग रहा हैगा कि राजा वड़िंग ने कोई कसर नहीं छड्डी अपनी पार्टी नूं दुबारा लीह ते लैके आउण दी, कोई कसर नहीं छड़ रहे हैगे। एक जिस तरह का मैं तुहानूं कल भी जिक्र कर रही सी कि जिस तरह का एक लीडर होना चाहिए, राजा वड़िंग इसे तरह नाल सामने उभर के आ रहे ने ते राजा वड़िंग वालों ये कोशिश की जा रही है कि किसी भी तरीके दे नाल कोई भी कमी इस वक्त ना रह जाए ते नालों नाल जिहड़े पुराने लीडर ने उन्होंने रगड़िया जा रहा है। नवजोत सिंह सिद्धू ने वापस आ जाना, उस तो बाद स्थिति किस तरह नाल बदलनी या नहीं बदलनी। वैसे सिद्धू बाहर आउण, नवजोत सिंह सिद्धू बाहर आउण ते स्थिति ना बदले, इदा नहीं हो सकता हैगा। पर राजा वड़िंग अपने थाणी जो काम कर रहे ने ते जिस तरह दे नाल अगे वध के रोज उन्हां दी हैडलाइन बन रही है, ਇਹਦਾ मतलब यही नजर आउंदा हैगा कि राजा वड़िंग ने अपने ਵੱਲੋਂ कोई कमी नहीं छड्डी हुई। ते अज बलवीर सिद्धू ਨੂੰ ਜਦੋਂ ਘੇਰਿਆ ਤੇ ऐसा घेरिया कि हर किते वो हैडलाइन के तौर पर छाए रहे। सो राजा वड़िंग ने अज दियां अपनी पार्टी बारे ये गल्लां कहियां ते कल नूं तुहानूं याद ही होना क्या सीगा कि भी जिहड़ा पन्नू दे गले दे विच जुत्तियां पाएगा मैं उन्होंने $1 लाख इनाम देवांगा। सो राजा वड़िंग ने कल इनाम का ऐलान जिहड़ा है वो कीता सीगा। वो जदों पन्नू ने कहा सीगा कि राहुल गांधी पंजाब आके दिखाए। सो हर गल का जवाब दे रहे ने, हर गल का जवाब दे रहे ने, किते भी चुप जिहड़ा वो नहीं बैठ रहे हैगे। सो ये सियासतां दीयां खबरां जिहड़ियां ने ये तां हैगियां ही ने। पर अगली खबर जिहड़ी आ वो रूह कंबाउण वाली खबर आ। अगली खबर लुधियाने तो आउंदी आ ते लुधियाने दे विच की होया तुहानूं दस दिंदे आ। लुधियाने दे विच एक 4 साला बच्चे की हत्या कर दित्ती गई। कसूर की सी? कसूर सिर्फ इन्ना सी कि वो नाल दे खेतां दे विच जांदा सी। वो बच्चे अक्सर जांदे सन नाल दे खेतां दे विच खेडण दे लई ते इस दे नाल उस किसान दी फसल जड़ी वो खराब हो जांदी सी। सो इस चक्कर दे विच उस किसान ने उसने इस बच्चे नूं 4 साल दे बच्चे नूं गटर दे विच सुੱਟ दित्ता। बच्चे खेडण जा रहे सन, बच्चे अपनी गुड्डी जड़ी पतंग हुंदी आ ओनू लुटदिया वो उत्थे पहुंच रहे सन पतंग दे पिछे भजदे भजदे ते इस दरम्यान ये पूरा दा पूरा कारा कीता है। मां दा रो रो के बुरा हाल है जाहिर तौर ते मां कह रही है कि फांसी दी सजा होनी चाहिए है ते फांसी तो घट दी सजा नहीं होनी चाहिए। मामला एग्जैक्टली कित्थों दा तुहानूं दस दईए, लुधियाना दे कस्बा माछीवाड़े दा मामला हैगा ते 4 साला मासूम नूं एक व्यक्ति ने गटर विच सुੱਟ के उसनूं मौत दे घाट उतार दिता है जी। बच्चे दा कसूर इन्ना सी कि आरोपी दे खेत विच पतंग लुट्टण ते खेडण दे लई वो अक्सर जाया करदे सी। सो बच्चे का नाम जिहड़ा है अंशु कुमार है। आरोपी की पछाण बाबू लाल के रूप में हुई है जी। दसिया जा रहा है कि बाबू लाल ने बली बेग बस्ती नज़दीक जमीन ठेके ते लई हुई है। आरोपी उस जमीन ते खेती करता है। बच्चे उसके खेत में खेडण आ जाते सन, इस करके वो काफ़ी परेशान रहिंदा सी। उसकी परेशानी बच्चे फसल खराब कर देंदे सन, उसकी परेशानी नूं असीं नाजायज़ नहीं कह रहे, पर इस परेशानी करके किसी छोटे जे मासूम नूं गटर विच पा देना ये जस्टिफाई तो हो ही नहीं सकता, ये किसी कीमत ते भी जस्टिफाई नहीं हो सकता हैगा। सो पतंग लुट्टन गया सी उस वक्त भी। बली बेग बस्ती विच बच्चा अंशु अपने दोस्तां दे नाल अपनी गुड्डी फड़ के बाबू लाल दे खेत विच चला गया। बाबू लाल ने बच्चा नूं खदेड़िया। मृतक बच्चे के पिता राजू सानी ने दसिया कि बाबू लाल ने अंशु नूं फड़ लिया, खेत तो कुछ दूर ते उसने उसनूं गटर विच सुੱਟ दिता ते फरार हो गया। लोगों ने जो मौके ते पहुंच अंशु नूं गटर तो बाहर कढ़िया तो उसकी मौत हो चुकी सी। ते जाहिर तौर ते परिवार जिहड़ा है इस वक्त ते बहुत ज़्यादा सदमे दे विच है। उन्होंने कोई गल नहीं सुझ रही। उन्हां दा निक्का जिहा बच्चा जिहड़ा है वो इस वक्त ते नहीं है। सो अजिहे विच जदों रोज़ तुसीं जिस बच्चे नूं खिडाउंदे हो, रोज़ बच्चा तुहाडे नाल हुंदा ते उस तो बाद ये सब हो जावे तां गल मतलब जिंदगी एक बारी तो रुक ही जाती है। किसी की औलाद का जाना ये बंदा आप ही मर जाता, बंदा बचता ही नहीं। माँ कित्थे हुण पूरी जिंदगी इस दुख नूं नाल लेके जाएगी। बस जिन्ना मर्जी लोग कह लैन कि टाइम फ्लाइज, वक्त जिहड़ा है उडारी मार जाता, जख्म जिहड़े ने वो हौले हो जाते, पर ये जख्म जिहड़े ने हौले भी नहीं हुंदे, ये अक्सर नाल रहिंदे आ। खैर रुख करांगे आपां हुण अगली खबर दा। अगली खबर की कहती है हुण इत्थे सिखां दे 12 वजन की गल जिहड़ी है वो सामने आई है। सिखां दे 12 सरदार नूं कह रहे हैं कि तेरे 12 वज गए, ते सरदार नूं सरदार जी नहीं कह रहे, सरदार ही कह रहे कि सरदार बच के
तेरे 12 वज गए, 12 वजण वाले ने। ते ये गल जिहड़ी हो रही है, ये चलदी विधान सभा दे विच हो रही है। ते जदों ये चलदी विधान सभा दे विच गल हुई ते छत्तीसगढ़ दी गल तुहानूं मैं दस रही हां, उत्थों दे विधायक कुलदीप सिंह उन्हां नाल ये सारा कुछ होया ते भाजपा ते कांग्रेस इस दे विच दोवें शामिल रहे। दोवें शामिल रहे। जो कुछ किया गया, वैसे तो 12 वजना जिहड़ा है वो माण दी गल हैगी आ। जिस जमाने दे विच औरतां महफूज नहीं सी महसूस करदियां, जिस जमाने दे विच 12 वजे सिख जड़े सरदार जी जड़े वो बचाउण जांदे सीगे उन्हां नूं, जिस जमाने दे विच उन्हां दी आबरू बचाई जांदी सी, उस जमाने विच 12 वजदे सन। जे 12 वजदे ते माण दी गल हैगी आ। पर जड़े इदां दे सटायर्स करदे हैगे ने, जड़े गल्लां ला के करदे हैगे ने, उन्हां नूं इतिहास जड़ा है वो पहिलां पढ़ लेना चाहिदा। इतिहास वल उन्हां नूं आउणा चाहिदा है कि सिखां दे 12 कदों ते क्यों वजदे सी। ते अज भी जे कहिंदे हो ते इह माण वाली गल हैगी आ, इह कोई चुभण वाली गल नहीं हैगी। पर जिस तरह नाल कहिंदे हो, इस गल लई तुहानूं माफी मंगनी चाहिदी है ते तुसीं माफी मंग भी लई है। ਇਹ ਤੁਹਾਨੂੰ ਦੱਸ ਦਿੰਦੀ ਹੈ ਕਿ ਪੂਰਾ ਮਾਮਲਾ ਜਿਹੜਾ ਉਹ ਹੈ ਕੀ। ਸੋ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਧਾਇਕ ਕੁਲਦੀਪ ਜਨੇਜਾ ਤੇ ਟਿੱਪਣੀ ਕਰਨਾ ਬੀਜੇਪੀ ਤੇ ਕਾਂਗਰਸ ਨੂੰ ਜਿਹੜਾ ਉਹ ਬਹੁਤ ਜ਼ਿਆਦਾ ਭਾਰੀ ਪਿਆ। ਸੋ ਇਹ ਟਿੱਪਣੀ ਕਰਨਾ ਜਿਹੜਾ ਹੈ ਭਾਰੀ ਪਿਆ ਤੇ ਸਿੱਖ ਸਮਾਜ ਨੇ ਦੋਵਾਂ ਨੇਤਾਵਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਤੇ ਸਦਨ ਵਿੱਚ ਬੀਜੇਪੀ ਨੇਤਾ ਚੰਦਰ ਸ਼ੇਖਰ ਨੇ ਵਿਧਾਇਕ ਨੂੰ ਸਰਦਾਰ ਕਿਹਾ ਸੀ। सरदार कहा सी, सरदार जी नहीं कहा सी। फिर उत्थे ही मंत्री शिव डहरिया ने भी टिप्पणी की कि सरदारां दे 12 वजन वाले ने। बस इसे गल तो नाराज जिहड़ा सिख भाईचारा सिद्धे लोग उन्हां दियां कोठियां दे बाहर जिहड़े पहुंच गए ते फिर माफी उन्हां तो लिखवा के ही वापस आए। फिर कहंदे आ कि ਇਹ ਬੋਲਦੇ ਆ, ਕਹਿੰਦੇ ਆ ਕਿ ਇਹਨਾਂ 'ਚ ਗੁੱਸਾ ਬੜਾ ਹੁੰਦਾ, ਕਹਿੰਦੇ ਆ ਕਿ ਇਹਨਾਂ ਦੇ 12 ਵੱਜ ਜਾਂਦੇ ਆ। ਸੋ 12 ਵਜਣ ਦਾ ਜਦੋਂ ਇਤਿਹਾਸ ਜਾਣੋਗੇ ਤਾਂ ਮਤਲਬ ਤੁਹਾਨੂੰ ਇਹੀ ਲੱਗੇਗਾ ਕਿ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਇਹ ਮਾਣ ਵਾਲੀ ਗੱਲ ਹੈਗੀ ਆ। ਇਹ ਕੋਈ ਉਹ ਗੱਲ ਨਹੀਂ ਹੈਗੀ ਕਿ ਤੁਸੀਂ ਕਹਿ ਦਿੱਤਾ ਤੇ ਅਸੀਂ ਜਿਹੜਾ ਹੈ ਇਸ ਗੱਲ ਦਾ ਬੁਰਾ ਮੰਨ ਲਈਏ। ਪਰ ਹਾਂ, ਤੁਹਾਡੀ ਮਨਸ਼ਾ ਗਲਤ ਹੈ ਤਾਂ ਕਰਕੇ ਇਸ ਗੱਲ ਤੇ ਬੁਰਾ ਮੰਨਿਆ ਜਾਂਦਾ ਹੈ। ਹਾਲਾਂਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਜਿੰਨੇ ਦੋਸਤ, ਜਿੰਨੇ ਸਰਕਲ ਦੇ ਲੋਕ ਮੇਰੇ ਹਿੰਦੂ ਭਾਈਚਾਰੇ ਦੇ ਹੈਗੇ ਨੇ, ਉਹਨੇ ਸਿੱਖ ਭਾਈਚਾਰੇ ਦੇ ਨਹੀਂ ਹੈਗੇ। ਕੁਛ ਇਹੋ ਜਿਹੇ ਲੋਕ ਵੀ ਹੈਗੇ ਨੇ, ਕੁਛ ਅਜਿਹੇ ਸਹੇਲੀਆਂ ਮਿੱਤਰ ਸਾਰੇ ਹੈਗੇ ਨੇ ਜਿਹੜੇ ਕਿ ਈਦ ਤੇ ਸੇਵੀਆਂ ਵੀ ਦੇ ਕੇ ਜਾਂਦੇ ਨੇ। ਸੋ ਇਹ ਸਭ ਇਹਦਾ ਕੋਈ ਮਤਲਬ ਨਹੀਂ ਆ। ਪਰ ਜਦੋਂ ਤੁਸੀਂ ਕਿਤੇ ਟੱਚ ਕਰਦੇ ਹੋ, ਉਹ ਚੀਜ਼ ਜਿਹੜੀ ਆ ਬਰਦਾਸ਼ਤ ਨਹੀਂ ਹੁੰਦੀ। ਸੋ ਹੁਣ ਗੱਲ ਇਹ ਹੈ ਕਿ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਦੇ ਭਾਰਤ ਵਿੱਚ ਲੁੱਟ ਖਸੁੱਟ ਜਿਹੜੀ ਹੁੰਦੀ ਸੀ, ਕੌਣ ਨਹੀਂ ਜਾਣਦਾ ਸੀ। ਜਦੋਂ ਜਨਾਨੀਆਂ ਉਹ ਲੈ ਜਾਂਦੇ ਸੀ ਤੇ ਉਸ ਤੋਂ ਬਾਅਦ ਇਹ ਸਿੱਖ ਕੌਮ ਜਿਹੜੀ ਹੈ ਉਹ ਬਚਾਉਣ ਜਾਂਦੀ ਸੀ। ਇਸ ਵਕਤ ਦਰਮਿਆਨ ਜਦੋਂ 12 ਵਜਦੇ ਸੀ ਤਾਂ ਸਾਰੇ ਸੁਰੱਖਿਅਤ ਮਹਿਸੂਸ ਕਰਦੇ ਸੀ। ਹੁਣ ਇੱਕ ਗੱਲ ਉਸ ਵਕਤ ਮਸ਼ਹੂਰ ਸੀ ਕਿ ਇੱਕ ਇਹ ਮਤਲਬ ਕਿ ਗਜਨੀ ਦੇ ਬਾਜ਼ਾਰਾਂ ਵਿੱਚ ਮੁਰਗੀ ਮਹਿੰਗੀ ਸੀ ਪਰ ਭਾਰਤ ਦੀ ਔਰਤ ਸਸਤੀ ਹੈ। ਇਹ ਇਸ ਤਰ੍ਹਾਂ ਦੀਆਂ ਗੱਲਾਂ ਉਸ ਵਕਤ ਮਸ਼ਹੂਰ ਸੀ ਤੇ ਇਹਨਾਂ ਗੱਲਾਂ ਨੂੰ ਕਿੰਨੇ ਮਿੱਟੀ ਪਾਈ? ਇਹਨਾਂ ਗੱਲਾਂ ਨੂੰ ਸਰਦਾਰਾਂ ਨੇ ਮਿੱਟੀ ਪਾਈ, ਸਰਦਾਰ ਜੀ ਨੇ ਮਿੱਟੀ ਪਾਈ, ਸਿੱਖਾਂ ਨੇ ਮਿੱਟੀ ਪਾਈ। ਸੋ ਇਹ ਸਾਰੀਆਂ ਜਿਹੜੀਆਂ ਕਹਾਵਤਾਂ ਸੀ ਇਹ ਇੰਨੀਆਂ ਕੁ ਜ਼ਿਆਦਾ ਮਸ਼ਹੂਰ ਹੈਗੀਆਂ ਸੀ ਕਿ ਲੋਕ ਜਿਹੜੇ ਉਹ ਇਹ ਸਮਝਦੇ ਸਨ ਕਿ ਸਾਨੂੰ ਜੇ ਕੋਈ ਬਚਾ ਸਕਦਾ ਹੈ ਤੇ ਉਹ ਸਿੱਖ ਹੀ ਬਚਾ ਸਕਦੇ ਨੇ ਤੇ ਹੋਰ ਕੋਈ ਨਹੀਂ ਬਚਾ ਸਕਦਾ ਹੈਗਾ। ਸੋ ਅਜਿਹੇ ਵਿੱਚ ਜੇ 12 ਵੱਜਦੇ ਨੇ ਤੇ 12 ਵੱਜਦੇ ਨੇ। ਅਗਲੀ ਖਬਰ ਜੀ ਲੁਧਿਆਣੇ ਤੋਂ ਹੈਗੀ ਆ ਫਿਰ ਤੋਂ। ਤੇ ਲੁਧਿਆਣੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਤਾਬੜ ਤੋੜ ਹੋ ਰਿਹਾ ਹੈਗਾ ਤੇ ਇੱਥੇ ਫਿਲਹਾਲ ਦਰਦ ਦੀ ਗੱਲ ਜ਼ਿਆਦਾ ਹੈ ਤੇ ਕ੍ਰਾਈਮ ਵੀ ਹੈ, ਪਰ ਇੱਥੇ ਕ੍ਰਾਈਮ ਦੀ ਗੱਲ ਘੱਟ ਹੈ ਤੇ ਲਾਪਰਵਾਹੀ ਦੀ ਗੱਲ ਜਿਹੜੀ ਹੈ ਉਹ ਜ਼ਿਆਦਾ ਹੈਗੀ ਹੈ। ਤੇ ਲਾਪਰਵਾਹੀ ਵੀ ਇਸੇ ਕੈਟੇਗਰੀ ਦੇ ਅੰਦਰ ਆਉਂਦੀ ਆ ਤੇ ਲਾਪਰਵਾਹੀ ਹਸਪਤਾਲ ਦੀ ਲਾਪਰਵਾਹੀ ਹੈ ਜਿਨੇ ਕਿ ਇੱਕ ਦੀ ਮ੍ਰਿਤਕ ਦੇ ਦੂਜੇ ਨੂੰ ਦੇ ਦਿੱਤੀ, ਦੂਜੇ ਪਰਿਵਾਰ ਨੂੰ ਦੇ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਉੱਥੇ ਕਲੇਸ਼ ਮਚਿਆ, ਜਿਸ ਤਰ੍ਹਾਂ ਦੇ ਨਾਲ ਹਸਪਤਾਲ ਦੇ ਵਿੱਚ ਭੰਨਤੋੜ ਹੋਈ, ਉਹ ਤਸਵੀਰਾਂ ਜਿਹੜੀਆਂ ਨੇ ਉਹ ਡਰਾ ਜਾਂਦੀਆਂ ਨੇ। ਹੋਇਆ ਇਹ ਕਿ ਪਰਿਵਾਰ ਜਦੋਂ ਮ੍ਰਿਤਕ ਦੇ ਲੈਣ ਪਹੁੰਚਿਆ ਤੇ ਜਦੋਂ ਉਹਨਾਂ ਨੂੰ ਦੇਖਿਆ ਕਿ ਇਹ ਤਾਂ ਸਾਡਾ ਬੱਚਾ ਹੈ ਹੀ ਨਹੀਂ, ਇਹ ਉਹ ਨੌਜਵਾਨ ਹੈ ਹੀ ਨਹੀਂ ਤੇ ਨਾਲ ਉਹਨਾਂ ਨੇ ਇਲਜ਼ਾਮ ਲਾਏ ਕਿ ਇਹਦੇ ਬੋਡੀ ਪਾਰਟਸ ਕੱਢ ਕੇ ਵੇਚ ਦਿੱਤੇ ਗਏ ਨੇ, ਤਾਂ ਇਹ ਮਾਮਲਾ ਪੂਰਾ ਭਖਿਆ। ਤੇ ਫਿਰ ਸਵਾਲ ਇਹ ਵੀ ਉੱਠੇ ਕਿ ਜਦੋਂ ਦੂਜਾ ਪਰਿਵਾਰ ਮ੍ਰਿਤਕ ਦੇ ਲੈ ਕੇ ਗਿਆ ਕੀ ਉਸਨੇ ਚੈੱਕ ਨਹੀਂ ਕੀਤਾ? ਸੋ ਕਿਤੇ ਨਾ ਕਿਤੇ ਇੱਥੇ
धांधली के इल्जाम परिवार वालों लगाए जा रहे हैं। मामला अजे अंडर कंसिडरेशन हैगा। सो लुधियाना विच सिविल हस्पताल विच बहुत तकड़ा हंगामा होया। लोगों ने सिविल हस्पताल विच पूरी तरह दे नाल भंन तोड़ जिहड़ी जे ओह कीती आ ते डॉक्टरां दे कमरिਆਂ ते वार्डां दे शीशे तक इत्थे तोड़ दिते गए। तोड़ भन्न करन वाले लोगों का इल्जाम सी कि उन्हां दे मुंडे दा जिहड़ी मृतक देह है ਉਹ ਮੋਰਚਰੀ ਵਿੱਚ ਪੋਸਟਮਾਰਟਮ ਕਰਨ ਵਾਲੇ ਜਿਹੜੇ ਮੁਲਾਜ਼ਮ ਹੁੰਦੇ ਨੇ ਉਹਨਾਂ ਨੇ ਉਹਨਾਂ ਦੇ ਅੰਗ ਵੇਚੇ ਨੇ ਤੇ ਉਸ ਤੋਂ ਬਾਅਦ ਇੱਕ ਗੜਬੜੀ ਜਿਹੜੀ ਹੈ ਉਹ ਕੀਤੀ ਹੈਗੀ ਆ। ਸੋ ਅੰਤਮ ਸੰਸਕਾਰ ਕਰਨ ਦੇ ਲਈ ਜਦੋਂ ਮ੍ਰਿਤਕ ਦੇ ਲੈਣ ਪਹੁੰਚੇ ਤੇ ਤਾਂ ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਬੇਟੇ ਦਾ ਸਰੀਰ ਜਿਹੜਾ ਹੈ ਮ੍ਰਿਤਕ ਦੇ ਉਹ ਹੈ ਹੀ ਨਹੀਂ। ਉਹਨਾਂ ਨੂੰ ਪਰਿਵਾਰ ਨੂੰ ਕਿਹਾ ਗਿਆ ਕਿ ਉਹਨਾਂ ਦੇ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦੇ ਬੇਟੇ ਦਾ ਇਹ ਤਾਂ ਮਤਲਬ ਲੈ ਕੇ ਜਾ ਚੁੱਕੇ ਨੇ, ਉਹਨਾਂ ਦੇ ਬੇਟੇ ਦਾ ਸਰੀਰ ਇੱਥੇ ਹੈ ਹੀ ਨਹੀਂ, ਮ੍ਰਿਤਕ ਦੇ ਇੱਥੇ ਹੈ ਹੀ ਨਹੀਂ। ਹਸਪਤਾਲ ਦੇ ਦਰਵਾਜ਼ੇ ਵੀਲਚੇਅਰ ਚੱਕ ਕੇ ਮਤਲਬ ਸੁਣ ਕੇ ਚੱਕ ਕੇ ਉਹਨਾਂ ਨੇ ਸੁੱਟੀ ਹੈਗੀ ਆ। ਸੋ ਹਸਪਤਾਲ ਵਿੱਚ ਹੰਗਾਮਾ ਹੁੰਦਾ ਦੇਖ ਡਾਕਟਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਕਿਸੇ ਨਾ ਕਿਸੇ ਤਰ੍ਹਾਂ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਪੂਰੀ ਤਰ੍ਹਾਂ ਦੇ ਨਾਲ ਸਕਸੈਸਫੁਲ ਨਹੀਂ ਹੋ ਸਕੀ। ਸੋ ਥਾਣਾ ਸਲੇਮ ਟਾਬਰੀ ਪੀਰੂਬੰਦਾ ਇਲਾਕੇ ਦੇ ਨੌਜਵਾਨ ਆਯੁਸ਼ ਸੂਦ ਬਿਮਾਰ ਹੋਣ ਦੇ ਚੱਲਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਸੀ। ਸੋ ਉਹਨਾਂ ਦਾ ਆਯੁਸ਼ ਦੀ ਮੌਤ ਹੋ ਗਈ ਸੀ 1 ਜਨਵਰੀ ਨੂੰ। ਭੈਣ ਨੇ ਵਿਦੇਸ਼ ਤੋਂ ਆਉਣਾ ਸੀ, ਭੈਣ ਹੁਣ ਪਹੁੰਚੀ ਵਿਦੇਸ਼ ਤੋਂ, ਤਾਂ ਕਰਕੇ ਹੁਣ ਜਿਹੜਾ ਹੈ ਅੰਤਮ ਸੰਸਕਾਰ ਕਰਨਾ ਸੀਗਾ। ਸੋ ਪਿਤਾ ਰਾਕੇਸ਼ ਸੂਦ ਨੇ ਕਿਹਾ ਕਿ ਜਦੋਂ ਮੁੰਡੇ ਆਯੁਸ਼ ਦੀ ਮ੍ਰਿਤਕ ਦੇ ਲੈਣ ਆਏ ਤੇ ਉਹਨਾਂ ਨੇ ਦੇਖਿਆ ਕਿ ਉਸ ਦੀ ਮ੍ਰਿਤਕ ਦੇ ਹੈ ਹੀ ਨਹੀਂ, ਉਸ ਦੀ ਮ੍ਰਿਤਕ ਦੇ ਲੈ ਕੇ ਜਾਈ ਜਾ ਚੁੱਕੀ ਹੈ ਤੇ ਇਹ ਵੱਡੀ ਲਾਪਰਵਾਹੀ ਹੈ। ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਬੇਟੇ ਜਿਹੜੇ ਨੇ ਉਹ ਉਸ ਦੇ ਅੰਗ ਵੇਚੇ ਗਏ ਨੇ। ਸੋ ਸਵਾਲ ਉੱਠ ਰਹੇ ਨੇ ਕਿ ਜਦੋਂ ਮਨੀਸ਼ ਦੀ ਮ੍ਰਿਤਕ ਦੇ ਲੈ ਜਾਣ ਵਾਲਿਆਂ ਨੇ ਦੇਖਿਆ ਨਹੀਂ, ਕਿਉਂਕਿ 2 ਮ੍ਰਿਤਕ ਦੇਹਾਂ ਸੀ, ਕਿ ਇਹ ਉਹਨਾਂ ਦੇ ਬੇਟੇ ਦੀ ਜਿਹੜੀ ਹੈ ਉਹ ਦੇ ਨਹੀਂ ਹੈ। ਸੋ ਇਹ ਮਾਮਲਾ ਸਾਰਾ ਕਨਫਿਊਜ਼ਨ ਦੇ ਵਿੱਚ ਰਹਿ ਗਿਆ। ਦੇਖੋ ਇੱਕ ਦੇ ਘਰ ਦਾ ਬੱਚਾ ਗਿਆ ਹੋਵੇ, ਜਵਾਨ ਪੁੱਤ ਗਿਆ ਹੋਵੇ, ਭੈਣ ਦਾ ਜਵਾਨ ਭਰਾ ਗਿਆ ਹੋਵੇ ਤੇ ਉੱਤੋਂ ਉਹਨਾਂ ਨੂੰ ਇਸ ਤਰ੍ਹਾਂ ਦੀ ਕਨਫਿਊਜ਼ਨ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਗੁੱਸਾ ਆਣਾ ਲਾਜ਼ਮੀ ਆ, ਗੁੱਸਾ ਆਣਾ ਲਾਜ਼ਮੀ ਹੈਗਾ। ਸੋ ਇਹ ਪੂਰਾ ਦਾ ਪੂਰਾ ਅੱਜ ਕਾਫੀ ਘੰਟੇ ਇਹ ਸਾਰਾ ਕੁਝ ਚੱਲਿਆ ਤੇ ਪੰਜਾਬ ਦੇ ਟੀਵੀ ਚੈਨਲਸ ਦੀ ਇਹ ਹੈਡਲਾਈਨ ਬਣਿਆ, ਬਹੁਤ ਦੇਰ ਚੱਲਦਾ ਰਿਹਾ। ਅਗਲੀ ਖਬਰ ਦਾ ਰੁਖ ਕਰਦੇ ਆ। ਤੁਹਾਨੂੰ ਖਬਰ ਦੱਸੀ ਸੀਗੀ, ਜਗਰਾਉਂ ਦੀ ਖਬਰ ਦੱਸੀ ਸੀ, ਜਿਸ ਦੇ ਵਿੱਚ ਪਰਮਜੀਤ ਜਿਹੜਾ 45 ਸਾਲਾਂ ਦਾ ਸੀ ਉਹ ਪੱਠੇ ਪਾਉਣ ਗਿਆ ਸੀ ਪਸ਼ੂਆਂ ਨੂੰ ਤੇ ਉੱਥੇ ਉਸ ਨੂੰ ਮਾਰ ਮੁਕਾਇਆ ਗਿਆ। 2 ਲੋਕ ਸਾਹਮਣੇ ਆਏ, 2 ਲੋਕਾਂ ਨੇ ਗੋਲੀਆਂ ਜਿਹੜੀਆਂ ਉਹ ਵਰਾਈਆਂ। ਉਸ ਤੋਂ ਬਾਅਦ ਉਹ I-10 ਦੇ ਵਿੱਚ ਚਿੱਟੇ ਰੰਗ ਦੀ 'ਚ ਜਾਂਦੇ ਨਜ਼ਰ ਆਏ। ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਗੈਂਗਸਟਰ ਅਰਸ਼ ਡੱਲਾ ਨੇ ਲਈ ਆ। ਸੋ ਅਰਸ਼ ਡੱਲਾ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਅੱਜ ਸਵੇਰੇ ਜਦ ਮੈਂ ਆਫਿਸ ਪਹੁੰਚੀ ਤੇ ਇਹ ਜ਼ਿੰਮੇਵਾਰੀ ਜਿਹੜੀ ਇਹ ਲਈ ਜਾ ਚੁੱਕੀ ਸੀ ਅਰਸ਼ ਡੱਲਾ ਵੱਲੋਂ। ਜੇ ਇਹ ਪੋਸਟ ਸਹੀ ਹੈ, ਕਿਉਂਕਿ ਬਹੁਤ ਸਾਰੇ ਲੋਕ ਕਿਸੇ ਦੇ ਨਾਂ ਤੇ ਵੀ ਪੋਸਟ ਪਾ ਦਿੰਦੇ ਨੇ, ਜੇ ਪੋਸਟ ਸਹੀ ਹੈ ਤੇ ਇੱਕ ਵਾਰੀ ਫਿਰ ਤੋਂ ਬੇਖੌਫ ਹੋ ਕੇ ਅਰਸ਼ ਡੱਲਾ ਨੇ ਜ਼ਿੰਮੇਵਾਰੀ ਲਈ ਹੈ ਤੇ ਅਰਸ਼ ਡੱਲਾ ਵਾਂਟਡ ਹੈ। अर्श डल्ला वांटेड है। सो अर्श ने लिखा है कि मेरे छोटे भरा दिलप्रीत धालीवाल पिंड मिन्निया नूं इन्हां लोकां ने बहुत तंग परेशान कीता सी। दिलप्रीत ने इस तो दुखी होके आत्म हत्या कर लई सी। दिलप्रीत ने अपने छोटे भरा की मौत का बदला जिहड़ा है वो हुण लै लिया ते अजे तां बस शुरुआत है। जिस किसी नूं कोई वहम है वो दस दे। सो गैंगस्टर अर्श डल्ला ने पोस्ट गैंगस्टर जयपाल जस्सी ते दविंदर बंबीहा गैंग नूं भी टैग कीती है। गैंगस्टर वालों इस तरह सरेआम कतलकांड करवाए जाने के बाद जिम्मेवारी लेना पुलिस के लिए यह वड्डी कमजोरी जिहड़ी है वो मन्नी जाती है। तो पहला भी तुहानूं दस दईए जिहड़ा मृतक है परिवार दसदा है कि इन्हां नूं पहला भी धमकियां आ रही सी पर इन्हां ने कदी ज़्यादा संजीदगी दे नाल नहीं लिया। सो घर दे विच लोग वड़ के आउंदे ने ते घर दे विच गोलियां वरा जांदे ने, इस नूं छोटी गल नहीं किया जा सकदा हैगा। सो अज दे शो दे विच इन्ना ही। तुहानूं मैं कहा सीगा कि अज खबरां ਉਹ ਹੋਣਗੀਆਂ ਕਿਉਂਕਿ ਸ਼ੁਰੂਆਤ ਦੇ ਵਿੱਚ ਵੀ ਅਸੀਂ ਇਹ ਗੱਲ ਕੀਤੀ ਸੀ ਤੇ ਜਾਂਦੇ ਜਾਂਦੇ ਵੀ ਇਹੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਗੈਂਗਸਟਰ ਜੋ ਕੰਮ ਕਰ ਰਹੇ ਨੇ ਇੱਥੇ ਸੁਧਾਰ ਦੀ ਲੋੜ ਆ, ਇੱਥੇ ਧਰਪਕੜ ਦੀ ਲੋੜ ਆ, ਇੱਥੇ ਇਹਨਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ, ਇੱਥੇ ਚੌਕਸ ਨਿਗਾਹਾਂ ਦੀ ਲੋੜ ਹੈ ਤੇ ਇੱਥੇ ਚੌਕਸ ਕਾਰਵਾਈ ਦੀ ਲੋੜ ਹੈ। ਪਰ ਜਿਹੜੇ ਆਮ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ, ਜਿਹੜੇ ਨਿੱਕੇ ਨਿੱਕੇ ਬੱਚੇ ਸੋਸ਼ਲ ਮੀਡੀਆ ਦੇ ਆੜ ਦੇ ਵਿੱਚ ਆਪਣੇ फेवर च कीते जा रहे ने,
ਤੇ ਕੁਝ ਇੱਕ ਪੈਸਿਆਂ ਦੇ ਲਾਲਚ, ਕਦੀ ਗਨ ਦੇ ਲਾਲਚ, ਕਦੀ ਬ੍ਰਾਂਡਡ ਕੱਪੜਿਆਂ ਦੇ ਲਾਲਚ, ਛੋਟੇ-ਛੋਟੇ ਲਾਲਚਾਂ ਦੇ ਵਿੱਚ ਜਿਹੜੇ ਬੱਚੇ ਆਪਦੇ ਵੱਲ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਕ੍ਰਿਮੀਨਲ ਮਾਈਂਡਸੈਟ ਕੀਤਾ ਜਾ ਰਿਹਾ ਹੈ। ਫਿਰ ਉਸ ਤੋਂ ਬਾਅਦ ਜਿਹੜੇ OTT ਪਲੇਟਫਾਰਮਸ ਤੇ ਜਿਹੜੇ ਸ਼ੋਜ਼ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਰੱਜ ਕੇ ਵਾਇਲੈਂਸ ਹੈ ਤੇ ਇੱਥੇ ਸੈਂਸਰ ਬੋਰਡ ਕੰਮ ਨਹੀਂ ਕਰਦਾ। ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਦਿਲ ਜਿਹੜਾ ਹੈ ਉਹ ਦਹਿਲ ਜਾਂਦਾ ਹੈਗਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਅਜਿਹੀਆਂ ਵਾਰਦਾਤਾਂ ਦੇਖਦੇ ਹਾਂ ਜਿੱਥੇ 4 ਸਾਲ ਦੇ ਬੱਚੇ ਨੂੰ ਮਾਰ ਮੁਕਾਇਆ ਜਾਂਦਾ ਹੈ, ਜਿੱਥੇ ਆਪਸ ਦੇ ਵਿੱਚ ਅੱਜ ਪਟਨਾ ਦਾ ਇੱਕ ਕੇਸ ਆਇਆ। ਪਟਨਾ ਦੇ ਇੱਕ ਕੇਸ ਦੇ ਵਿੱਚ ਸੀਗਾ ਕਿ ਇੱਕ ਕੁੜੀ ਦਾ ਪਹਿਲਾਂ 2 ਵਾਰ ਰੇਪ ਕੀਤਾ ਗਿਆ, ਫਿਰ ਕੁਝ ਘੰਟਿਆਂ ਬਾਅਦ ਪਹਿਲਾਂ 3 ਬੰਦਿਆਂ ਨੇ ਉਸਦਾ ਰੇਪ ਕੀਤਾ, ਫਿਰ ਕੁਝ ਘੰਟਿਆਂ ਬਾਅਦ ਦੋਸਤਾਂ ਨਾਲ ਮਿਲ ਕੇ ਫਿਰ ਦੂਸਰੀ ਜਗ੍ਹਾ ਤੇ ਲੈ ਕੇ ਜਾ ਕੇ ਫਿਰ ਪੰਜ ਲੋਕਾਂ ਨੇ ਉਸਦਾ ਰੇਪ ਕੀਤਾ। ਸੋ ਅਜਿਹੇ ਜਿਨ੍ਹਾਂ ਦਾ ਪਿੱਛੇ ਕੋਈ ਜਿਨ੍ਹਾਂ ਦੀ ਮਾਨਸਿਕਤਾ ਕ੍ਰਾਈਮ ਨਾਲ ਭਰੀ ਹੋਈ ਹੈ ਪਰ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ, ਇਹ ਲੋਕ ਕਿੰਨੇ ਖਤਰਨਾਕ ਹੋ ਸਕਦੇ ਨੇ ਕਿਉਂਕਿ ਸਾਡੇ ਆਲੇ ਦੁਆਲੇ ਇਹ ਲੋਕ ਘੁੰਮ ਰਹੇ ਨੇ। ਪਤਾ ਨਹੀਂ ਕਿਸ ਦੇ ਜ਼ਿਹਨ ਦੇ ਵਿੱਚ, ਕਿਸ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ, ਕੋਈ 1% ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ। ਤੇ ਜਦੋਂ ਇਹ ਗੱਲਾਂ ਦਾ ਪਤਾ ਨਹੀਂ ਲੱਗਦਾ ਤੇ ਇਹ ਖਤਰਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ, ਸੋ ਅਜਿਹੇ ਵਿੱਚ ਆਪਣਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਜਾਂਦੇ ਥੋੜੀ ਜਿਹੀ ਗੱਲ ਲਾਈਟ ਮੂਡ ਤੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਤੁਹਾਨੂੰ ਮੈਂ ਅੱਜ ਵੀ ਆਫਿਸ ਜਾ ਰਹੀ ਸੀ ਤੇ ਧੁੰਦ ਇੰਨੀ ਜ਼ਿਆਦਾ ਸੀ, ਜਿੱਥੇ ਮੇਰੇ ਆਫਿਸ ਪਹੁੰਚਣ ਨੂੰ 50 ਮਿੰਟ ਲੱਗਦੇ ਆ, ਅੱਜ ਫਿਰ ਮੈਂ ਪੌਣੇ 2 ਘੰਟੇ 'ਚ ਆਫਿਸ ਪਹੁੰਚੀ ਹੈਗੀ ਆ। ਤੇ ਸਵੇਰੇ ਘੁੱਪ ਹਨੇਰੇ 'ਚ ਨਿਕਲਣਾ ਪੈਂਦਾ ਹੈ ਐਂਡ ਦਿਸ ਇਜ਼ ਵੈਰੀ ਰਿਸਕੀ ਦੀਜ਼ ਡੇਜ਼। ਮਤਲਬ ਕੁਛ ਨਜ਼ਰ ਹੀ ਨਹੀਂ ਆ ਰਿਹਾ ਤੇ ਆਉਣ ਵਾਲੇ ਵਕਤ ਦੇ ਵਿੱਚ, ਆਉਣ ਵਾਲੇ 2-4 ਦਿਨਾਂ ਦੇ ਵਿੱਚ ਕੁਛ ਨਜ਼ਰ ਆਉਣਾ ਵੀ ਨਹੀਂ ਹੈ। ਇਹ ਮੈਂ ਨਹੀਂ ਕਹਿ ਰਹੀ, ਇਹ ਮੌਸਮ ਵਿਭਾਗ ਕਹਿ ਰਿਹਾ ਹੈਗਾ। ਸੋ ਅਜਿਹੇ ਵਿੱਚ ਮੈਂ ਵੀ ਆਪਣਾ ਧਿਆਨ ਰੱਖਦੀ ਹਾਂ, ਤੁਸੀਂ ਵੀ ਆਪਣਾ ਬਹੁਤ 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 ਧਿਆਨ ਰੱਖੋ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਫਿਕਰਾਂ ਰਹਿੰਦੀਆਂ ਨੇ ਜੀ। ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ, ਚੰਗਾ ਲੱਗਦਾ। ਸਤਿ ਸ਼੍ਰੀ ਅਕਾਲ।